जिस पास बैठिया सोहीए, सबना दा वेसा। सतनाम श्री वाहेगुरु साहिब जी। सलोक महला तीजा। ए मन हर जी ध्याए तू, एक मन एक चित पाए। हर किया सदा सदा वडियाइयां, दे ना पछोताए। ए मन हर जी ध्याए तू, एक मन एक चित पाए। हर किया सदा सदा वडियाइयां, दे ना पछोताए। हों हर कै सद बलिहारण, जित सेवै सुख पाए। नानक गुरमुख मिल रहे, हौं मैं शब्द जलाए। महला तीजा। आपे सेवा लाए अन, आपे बख्श करे। सबना का मापियो आप है, आपे सार करे। नानक नाम ध्यायन, तिन निज घर वास है। जुग जुग शोभा होए। पौड़ी। तू करन कारन समरथ है करते, मैं तुझ बिन आवर ना कोई। तुद आपे सिष्ट सिरजिया, आपे फुन गोई। सब इको शब्द वरतदा, जो करे सो होई। वडियाई गुरमुख दे प्रभ, हर पावै सोई। गुरमुख नानक आराधया, सब आखो धन 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 गुर सोई। गुरमुख नानक आराधया, सब आखो धन 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 गुर सोई। सुध। वाहिगुरु जी का खालसा, वाहिगुरु जी की फतेह। जुग जुग अटल बाणी के बोहित, चवर तखत छत्र दे मालिक, पातशाहां दे पातशाह सतगुरु साहिब श्री गुरु ग्रंथ साहिब जी की पावन गोद विच जुड़ मिल बैठे वडभागी सतसंगी जनों, आप वडभागे हो।
ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਨੇ ਜੋ ਸ਼ਬਦ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ। ਸੋਰਠ ਦੀ ਵਾਰ ਦੇ ਵਿੱਚ 653 ਅੰਗ ਤੇ ਸੁਭਾਇਮਾਨ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣ ਦੀ ਤਾਕੀਦ ਕਰਦੇ ਨੇ। ਨਾਲ ਸਤਿਗੁਰੂ ਜੀ ਇਹ ਗੱਲ ਸਮਝਾਉਂਦੇ ਨੇ ਕਿ ਨਾਮ ਜਪਣਾ ਤੇ ਜ਼ਰੂਰੀ ਹੈ, ਪਰ ਨਾਮ ਜਪਣ ਦਾ ਤਰੀਕਾ ਵੀ ਦੱਸਦੇ ਨੇ। ਸਤਿਗੁਰੂ ਜੀ ਇਹ ਗੱਲ ਸਮਝਾਉਂਦੇ ਨੇ ਕਿ ਜੇ ਜਪਦਾ ਨਾ ਤੇ ਫਿਰ ਇਕਾਗਰ ਚਿੱਤ ਹੋ ਕੇ ਜਪਣਾ ਕਰ। ਭਾਵੇਂ ਥੋੜਾ ਸਮਾਂ ਜਪ, ਪਰ ਸਤਿਗੁਰੂ ਜੀ ਦੱਸਦੇ ਨੇ ਕਿ ਤੇਰਾ ਚਿੱਤ ਇਕਾਗਰ ਹੋਵੇ। ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਦੋਂ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਜਾਂਦਾ ਹੈ, ਜਦੋਂ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਫਿਰ ਨਾਮ ਦੀ ਤਾਕਤ ਦਾ ਪਤਾ ਲੱਗਦਾ ਹੈ। ਫਿਰ ਸਮਝ ਪੈਂਦੀ ਹੈ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਕਿੰਨੀਆਂ ਕੁ ਬਖਸ਼ਿਸ਼ਾਂ ਨੇ, ਕਿੰਨੀਆਂ ਕੁ ਰਹਿਮਤਾਂ ਨੇ। ਇਸ ਦਾ ਉਸ ਵੇਲੇ ਪਤਾ ਲੱਗਦਾ ਹੈ ਜਦੋਂ ਜੀਵ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਦਾ ਹੈ। ਸਤਿਗੁਰੂ ਜੀ ਦੱਸਦੇ ਨੇ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਬੜੀਆਂ ਤਾਕਤਾਂ ਨੇ। ਜੀਵ ਦੇ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਆਤਮਿਕ ਸੁਖ ਪ੍ਰਾਪਤ ਹੋਇਆ ਕਰਦਾ ਹੈ। ਸਤਿਗੁਰੂ ਜੀ ਸ਼ਲੋਕ ਦੇ ਵਿੱਚ ਇਹ ਗੱਲ ਸਮਝਾਉਂਦੇ ਨੇ, ਉਹ ਆਪ ਜੀਵਾਂ ਨੂੰ ਸੇਵਾ ਦੇ ਵਿੱਚ ਲਾਉਂਦਾ ਹੈ, ਆਪ ਹੀ ਜੀਵਾਂ ਤੇ ਬਖਸ਼ਿਸ਼ਾਂ ਕਰਦਾ ਹੈ। ਤੇ ਜਿਸ ਤਰ੍ਹਾਂ ਜੀਵ ਦੇ ਮਾਤਾ ਪਿਤਾ ਜੀਵ ਦੀ ਪ੍ਰਤਪਾਲਨਾ ਕਰਦੇ ਨੇ, ਇਸੇ ਤਰ੍ਹਾਂ ਪਰਮੇਸ਼ਰ ਜਿੰਨੇ ਜੀਵ ਸੰਸਾਰ ਦੇ ਵਿੱਚ ਪੈਦਾ ਕੀਤੇ ਨੇ ਉਹਨਾਂ ਦੀ ਸਾਰ ਕਰਦਾ ਹੈ। ਸਭ ਦੀ ਪ੍ਰਤਪਾਲਨਾ ਪਰਮੇਸ਼ਰ ਆਪ ਕਰਦਾ ਹੈ। ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਵਾਸਾ ਨਿਜ ਘਰ ਦੇ ਵਿੱਚ ਹੋ ਜਾਂਦਾ ਹੈ। ਉਹਨਾਂ ਵਿੱਚ ਤੇ ਪਰਮੇਸ਼ਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੋਈ ਅੰਤਰ ਨਹੀਂ ਰਹਿੰਦਾ, ਤੇ ਦੋਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਵਡਿਆਈ ਹੁੰਦੀ ਹੈ। ਹਰੇਕ ਯੁੱਗ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਜਿਹੜੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨ ਵਾਲੇ ਨੇ। ਤੇ ਫਿਰ ਸਤਿਗੁਰੂ ਜੀ ਇਹ ਗੱਲ ਸਮਝਾਉਂਦੇ ਨੇ ਕਿ ਪਰਮੇਸ਼ਰ ਕਰਨ ਕਾਰਨ ਸਮਰੱਥ ਹੈ। ਉਹ ਕਿਸੇ ਤੋਂ ਸਲਾਹ ਨਹੀਂ ਲੈਂਦਾ, ਉਹਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਪੈਂਦੀ। ਜੋ ਕੁਛ ਕਰਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਕਰਦਾ ਹੈ। ਤੇ ਸਤਿਗੁਰੂ ਜੀ ਦੱਸਦੇ ਨੇ ਕਿ ਜਿਹੜਾ ਇੰਨਾ ਬੇਅੰਤ ਇੰਨਾ ਵੱਡਾ ਮਾਲਕ ਹੈ ਨਾ, ਕਹਿੰਦੇ ਉਹਨੂੰ ਧੰਨ ਕਹਿਣਾ ਕਰ, ਉਹਦੀਆਂ ਵਡਿਆਈਆਂ ਕਰ, ਉਹਦਾ ਜਸ ਕਰ। ਜਿਹੜਾ ਇੰਨਾ ਬੇਅੰਤ ਤੇ ਸਭ ਕੁਛ ਕਰਨ ਵਾਲਾ ਹੈ, ਆਪਣੀ ਮਰਜ਼ੀ ਦੇ ਨਾਲ ਸਭ ਕੁਛ ਕਰਨਾ ਕਰਦਾ ਹੈ, ਉਹਦੇ ਚਰਨਾਂ ਦੇ ਨਾਲ ਜੁੜ ਜਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਸ਼ਬਦ ਦੇ ਆਰੰਭ ਦੇ ਵਿੱਚ ਰਹਿਮਤ ਕਰਦੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ।
ਸਤਿਗੁਰੂ ਜੀ ਕਹਿੰਦੇ ਮਨਾ ਪਰਮੇਸ਼ਰ ਦਾ ਨਾਮ ਧਿਆ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾ। ਪਰ ਧਿਆਨ ਰੱਖੀ, ਜਦੋਂ ਪਰਮੇਸ਼ਰ ਦਾ ਨਾਮ ਜਪੇ ਤੇ ਉਸ ਵੇਲੇ ਤੇਰਾ ਚਿੱਤ ਇਕਾਗਰ ਹੋਵੇ। ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨੀ ਕਰ। ਜੀਵ ਕੀ ਕਰਦਾ ਹੈ? ਨਾਮ ਵੀ ਜਪਦਾ ਹੈ, ਪਰ ਇਹਦਾ ਧਿਆਨ ਨਹੀਂ ਜੁੜਦਾ। ਮਨ ਕਿਤੇ ਫਿਰਦਾ ਹੈ, ਆਪ ਕਿਤੇ ਫਿਰਦਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਮਨ ਨੂੰ ਇਕਾਗਰ ਕਰਕੇ ਪਰਮੇਸ਼ਰ ਦੀ ਇਬਾਦਤ ਕਰ, ਉਹਦੀ ਉਸਤਤ ਕਰ, ਪਰ ਮਨ ਇਕਾਗਰ ਕਰਕੇ ਕਰਨਾ ਕਰ। ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਕਹਿੰਦੇ ਪਰਮੇਸ਼ਰ ਦੇ ਪਿਆਰ ਵਾਲਿਓ, ਪਰਮੇਸ਼ਰ ਦੀ ਉਸਤਤ ਕਰੋ, ਉਹਦੀਆਂ ਵਡਿਆਈਆਂ ਕਰੋ, ਪਰ ਕਹਿੰਦੇ ਧਿਆਨ ਰੱਖੋ ਕਿ ਜਿਸ ਵੇਲੇ ਉਹਦੀਆਂ ਵਡਿਆਈਆਂ ਕੀਤੀਆਂ ਜਾਣ, ਉਹਦੀ ਇਬਾਦਤ ਕੀਤੀ ਜਾਵੇ, ਉਹਦੇ ਨਾਮ ਦੇ ਨਾਲ ਜੁੜਿਆ ਜਾਵੇ, ਉਸ ਵੇਲੇ ਚਿੱਤ ਤੇ ਇਕਾਗਰ ਹੋਵੇ। ਤੇ ਸਤਿਗੁਰੂ ਜੀ ਇਹ ਵੀ ਦੱਸਦੇ ਨੇ ਕਿ ਜਦੋਂ ਇਕਾਗਰ ਚਿੱਤ ਹੋ ਕੇ ਜਪਿਆ ਜਾਂਦਾ ਹੈ ਨਾ, ਉਸ ਵੇਲੇ ਰਹਿਮਤਾਂ ਕੀ ਹੁੰਦੀਆਂ ਨੇ, ਬਖਸ਼ਿਸ਼ਾਂ ਕੀ ਜੀਵ ਨੂੰ ਪ੍ਰਾਪਤ ਹੋਇਆ ਕਰਦੀਆਂ ਨੇ। ਸਤਿਗੁਰੂ ਜੀ ਦੇ ਪਾਵਨ ਬਚਨ ਨੇ, ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋਤ ਨਿਦਾਨ। ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਸਭ ਤੇ ਊਚ ਪਾਏ ਅਸਥਾਨ, ਬੌਰ ਨਾ ਹੋਵੇ ਆਮਨ ਜਾਨ। ਹਰ ਤਨ ਖਾਟ ਚੱਲੇ ਜਨ ਕੋਏ, ਨਾਨਕ ਜਿਸੇ ਪ੍ਰਾਪਤ ਹੋਏ। ਖੇਮ ਸ਼ਾਂਤ ਰਿੱਧ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ। ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰਿਸ਼ਟ ਉਤਮ ਇਸ਼ਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ। ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦਿਸ਼ਟੇਤਾ। ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਸਤਿਗੁਰੂ ਜੀ ਦੱਸਦੇ ਨੇ ਕਿ ਇੰਨਾ ਕੁਛ ਉਹਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਇਕਾਗਰ ਚਿੱਤ ਹੋ ਕੇ ਪਰਮੇਸ਼ਰ ਦੀ ਉਸਤਤ ਕਰਦਾ ਹੈ, ਉਹਦੀਆਂ ਵਡਿਆਈਆਂ ਕਰਦਾ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਜਦੋਂ ਜੀਵ, ਸਤਿਗੁਰੂ ਜੀ ਦੱਸਦੇ ਨੇ ਕਿ ਇਕਾਗਰ ਚਿੱਤ ਹੋ ਕੇ ਜੁੜਦਾ ਹੈ, ਇਹ ਸਾਰੀਆਂ ਰਹਿਮਤਾਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ। ਸਤਿਗੁਰੂ ਜੀ ਤੇ ਇੱਥੋਂ ਤੱਕ ਦੱਸਦੇ ਨੇ ਕਿ ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਕਹਿੰਦੇ ਜੋ ਕੁਝ ਵੀ ਮਨ ਦੇ ਵਿੱਚ ਇੱਛਾ ਰੱਖ ਕੇ ਜਪਦਾ ਹੈ ਨਾ, ਉਹ ਇੱਛਾ ਵੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਵੇਲੇ ਹਰਗੋਬਿੰਦਪੁਰਾ ਨਗਰ ਜਿਹੜਾ ਸੀ ਉਹ ਵਸਾਇਆ ਨਾ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਦਿਨ ਤਖਤ ਤੇ ਬੈਠੇ ਨੇ। ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਨੇ, ਤੇ ਸਤਿਗੁਰੂ ਜੀ ਨੇ ਬਚਨ ਕੀਤੇ। ਕਹਿਣ ਲੱਗੇ ਸਾਡਾ ਚਿੱਤ ਕਰਦਾ ਹੈ ਕਿ ਕੋਈ ਗੁਰੂ ਦੇ ਪਿਆਰ ਵਾਲਾ ਸਿੱਖ ਸਾਨੂੰ ਜਪਜੀ ਸਾਹਿਬ ਦਾ ਪਾਠ ਇਕਾਗਰ ਚਿੱਤ ਹੋ ਕੇ ਸੁਣਾਉਣਾ ਕਰੇ। ਸ਼ੁੱਧ ਗੁਰਬਾਣੀ ਉਚਾਰਨ ਕਰਕੇ ਲਗਾ ਮਾਤਰਾ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਇਕਾਗਰ ਚਿੱਤ ਹੋ ਕੇ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਹੜਾ ਜਪਜੀ ਸਾਹਿਬ ਦਾ ਪਾਠ ਸਾਨੂੰ ਇਸ ਤਰੀਕੇ ਦੇ ਨਾਲ ਸੁਣਾਵੇਗਾ ਨਾ, ਇਕਾਗਰ ਚਿੱਤ ਹੋ ਕੇ, ਜੋ ਉਹ ਮੰਗੇਗਾ ਅਸੀਂ ਉਹਨੂੰ ਦੇਵਾਂਗੇ। ਇਹ ਨਹੀਂ ਕਿ ਉਹਨੂੰ ਜੋ ਮੰਗੇਗਾ ਪ੍ਰਾਪਤ ਨਹੀਂ ਹੋਵੇਗਾ, ਅਸੀਂ ਉਹਦੇ ਤੇ ਜ਼ਰੂਰ ਬਖਸ਼ਿਸ਼ ਵੀ ਕਰਾਂਗੇ। ਜੋ ਉਹਦੇ ਮਨ ਦੀ ਇੱਛਾ ਉਹ ਵੀ ਪੂਰੀ ਕਰਾਂਗੇ। ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਜਪਜੀ ਸਾਹਿਬ ਦਾ ਪਾਠ ਤੇ ਨੇਮ ਦੇ ਨਾਲ ਕਰਦੇ ਹਾਂ, ਪਰ ਸਤਿਗੁਰੂ ਜੀ ਚਿੱਤ ਇਕਾਗਰ ਨਹੀਂ ਹੋ ਸਕਦਾ। ਕੁਝ ਕਹਿਣ ਲੱਗੇ ਕਿ ਸਤਿਗੁਰੂ ਜੀ ਗੁਰਬਾਣੀ ਸ਼ੁੱਧ ਨਹੀਂ ਉਚਾਰੀ ਜਾ ਸਕਦੀ ਸਾਡੇ ਤੋਂ। ਤੇ ਗੁਰੂ ਦਾ ਸਿੱਖ ਸੀ ਭਾਈ ਗੋਪਾਲਾ ਉੱਠਦਾ ਹੈ, ਦੋਨੋਂ ਹੱਥ ਜੋੜੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗਿਆ ਸਤਿਗੁਰੂ ਜੀ
ਜੇ ਤੁਸੀਂ ਕਿਰਪਾ ਕਰ ਦਵੋ ਨਾ, ਤੁਹਾਡਾ ਕਿਤੇ ਬਖਸ਼ਿਸ਼ ਦਾ ਰਹਿਮਤ ਦਾ ਹੱਥ ਮੇਰੇ ਸਿਰ ਦੇ ਉੱਤੇ ਰੱਖਿਆ ਜਾਵੇ ਤੇ ਫਿਰ ਮੈਂ ਸਤਿਗੁਰੂ ਜੀ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਸ਼ੁੱਧ ਉਚਾਰਨ ਕਰਕੇ ਸੁਣਾ ਸਕਦਾ, ਤੁਹਾਡੀ ਕਿਰਪਾ ਤੋਂ ਬਿਨਾ ਨਹੀਂ। ਭਾਈ ਗੋਪਾਲਾ ਜਿਹੜਾ ਸੀ ਨਾ, ਸਤਿਗੁਰੂ ਜੀ ਨੇ ਇਹਨੂੰ ਬੜੇ ਸਤਿਕਾਰ ਦੇ ਨਾਲ, ਬੜੇ ਆਦਰ ਦੇ ਨਾਲ ਆਪਣੇ ਸਾਹਮਣੇ ਇਹਦਾ ਆਸਣ ਲਵਾਇਆ ਤੇ ਇਹਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਜਿਵੇਂ ਜਪਜੀ ਸਾਹਿਬ ਦੇ ਪ੍ਰਾਰੰਭ ਦੇ ਵਿੱਚ ਮੂਲ ਮੰਤਰ ਜਿਹੜਾ ਸੀ ਉਹ ਉਚਾਰਨ ਕੀਤਾ, ਫਿਰ ਸ਼ਲੋਕ ਉਚਾਰਨ ਕੀਤਾ, 6 ਪੌੜੀਆਂ ਉਚਾਰਨ ਕੀਤੀਆਂ ਬੜਾ ਇਕਾਗਰ ਚਿੱਤ ਹੋ ਕੇ। ਜੇ ਜੁਗ ਚਾਰੇ ਵਾਲੀ ਪੌੜੀ ਉਚਾਰਨ ਕੀਤੀ, ਸੁਣਿਆ ਵਾਲੀਆਂ ਪੌੜੀਆਂ, ਮੰਨੇ ਵਾਲੀਆਂ ਪੌੜੀਆਂ, ਅਸੰਖ ਵਾਲੀਆਂ ਪੌੜੀਆਂ, ਬੜੇ ਪਿਆਰ ਦੇ ਵਿੱਚ ਉਚਾਰਨ ਕਰਦਾ ਰਿਹਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਇਹਦੇ ਸਨਮੁਖ ਬੈਠ ਕੇ ਸੁਣਦੇ ਰਹੇ। ਜਿਸ ਵੇਲੇ ਭਾਈ ਗੋਪਾਲਾ ਨਾਨਕ ਨਦਰੀ ਨਦਰ ਨਿਹਾਲ ਤੇ ਪਹੁੰਚਦਾ ਨਾ, ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵਿਚਾਰਦੇ ਨੇ ਕਿ ਸਿੱਖ ਨੇ ਬੜਾ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ, ਇਹਦੇ ਬਦਲੇ ਦੇ ਵਿੱਚ ਇਹਨੂੰ ਦਈਏ ਕੀ, ਇਹਦੇ ਤੇ ਬਖਸ਼ਿਸ਼ ਕੀ ਕਰੀਏ। ਸਤਿਗੁਰੂ ਜੀ ਸੋਚ ਕੇ ਵਿਚਾਰ ਕੇ ਉਸ ਵੇਲੇ ਇਹ ਫੈਸਲਾ ਲੈਂਦੇ ਨੇ ਕਿ ਇੰਨੇ ਪਿਆਰ ਦੇ ਵਿੱਚ ਇਹਨੇ ਜਪਜੀ ਸਾਹਿਬ ਦਾ ਪਾਠ ਉਚਾਰਨ ਕੀਤਾ ਹੈ, ਇਹਦੇ ਬਦਲੇ ਦੇ ਵਿੱਚ ਇਹਨੂੰ ਗੁਰਤਾ ਗੱਦੀ ਹੀ ਬਖਸ਼ ਦਿੰਦੇ ਆ। ਸੋਚਿਆ ਕਿ ਇਸ ਤੋਂ ਹੋਰ ਵੱਡੀ ਵਸਤੂ ਕੋਈ ਨਹੀਂ ਹੋ ਸਕਦੀ ਕਿ ਇਹਨੇ ਬੜੇ ਪਿਆਰ ਦੇ ਵਿੱਚ ਆ ਕੇ ਪਾਠ ਉਚਾਰਨ ਕੀਤਾ। ਸਤਿਗੁਰੂ ਜੀ ਆਪਣੇ ਆਸਣ ਤੋਂ ਉੱਠਣ ਲੱਗਦੇ ਨੇ। ਕਹਿੰਦੇ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣਾ ਗੋਡਾ ਉੱਪਰ ਨੂੰ ਕੀਤਾ ਨਾ, ਤੇ ਭਾਈ ਗੋਪਾਲੇ ਦੀ ਇਕਾਗਰਤਾ ਖਤਮ ਹੋ ਗਈ। ਭਾਈ ਗੋਪਾਲਾ ਜੀ ਸੋਚਦੇ ਨੇ ਕਿ ਕਿਤੇ ਸਤਿਗੁਰੂ ਜੀ ਟੁੱਟ ਜਾਣ, ਬਖਸ਼ਿਸ਼ ਦੇ ਘਰ ਦੇ ਵਿੱਚ ਆ ਜਾਣ। ਕਿਉਂ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਭਾਈ ਸੁਭਾਗਾ ਜਿਹੜਾ ਸੀ ਨਾ, ਸੌਦਾਗਰ ਸੀ, ਇਹ 5 ਘੋੜੇ ਲਿਆ ਕੇ ਇਹਨੇ ਭੇਟਾ ਕੀਤੇ ਸਨ। ਸਤਿਗੁਰੂ ਜੀ ਨੇ ਇੱਕ ਘੋੜਾ ਜਿਹੜਾ ਸੀ ਆਪਣੇ ਵਾਸਤੇ ਰੱਖਿਆ। ਕਿਉਂ ਜਦੋਂ ਸਤਿਗੁਰੂ ਜੀ ਨੇ ਇੱਥੇ ਜੰਗ ਲੜਿਆ ਸੀ ਨਾ, ਤੇ ਜੰਗ ਦੇ ਵਿੱਚ ਬਹੁਤ ਸਾਰੇ ਸਿੱਖਾਂ ਦੇ ਘੋੜੇ ਮਰ ਗਏ, ਤੇ ਸਤਿਗੁਰੂ ਜੀ ਨੇ ਬਹੁਤ ਸਾਰੇ ਘੋੜੇ ਖਰੀਦੇ ਵੀ, ਤੇ ਪਰ ਜਦੋਂ ਇਹ ਭਾਈ ਸੁਭਾਗਾ ਘੋੜਾ ਲੈ ਕੇ ਆਇਆ ਤੇ ਘੋੜੇ ਬੜੇ ਵਧੀਆ ਸਨ। ਸਤਿਗੁਰੂ ਜੀ ਨੇ ਇੱਕ ਘੋੜਾ ਆਪਣੇ ਵਾਸਤੇ ਰੱਖਿਆ, ਇੱਕ ਘੋੜਾ ਸਤਿਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜ ਦਿੱਤਾ। ਬਾਬਾ ਗੁਰਦਿੱਤਾ ਜੀ ਗੋਇੰਦਵਾਲ ਦੀ ਧਰਤੀ ਤੇ ਸਨ, ਤੇ ਇੱਕ ਘੋੜਾ ਪੈਂਦੇ ਖਾਂ ਦੇ ਕੋਲ ਭੇਜਣਾ ਕੀਤਾ, ਇੱਕ ਘੋੜਾ ਭਾਈ ਬਿਧੀ ਚੰਦ ਨੂੰ, ਇੱਕ ਘੋੜਾ ਤਬੇਲੇ ਦੇ ਵਿੱਚ ਰੱਖਿਆ ਸੀ ਸਤਿਗੁਰਾਂ ਨੇ। ਤੇ ਭਾਈ ਸੁਭਾਗਾ ਜੀ ਵਿਚਾਰਦੇ ਨੇ ਕਿ ਜੇ ਸਤਿਗੁਰੂ ਜੀ ਕਿਰਪਾ ਦੇ ਘਰ, ਬਖਸ਼ਿਸ਼ ਦੇ ਘਰ ਦੇ ਵਿੱਚ ਆਏ ਨੇ ਨਾ, ਤੇ ਕਿਰਪਾ ਕਰਕੇ ਉਹ ਘੋੜਾ ਜਿਹੜਾ ਤਬੇਲੇ ਦੇ ਵਿੱਚ ਬੰਨਿਆ ਨਾ, ਜਿਹਦੀ ਕੀਮਤ ਤਕਰੀਬਨ 1.25 ਲੱਖ ਰੁਪਈਆ, ਉਹ ਘੋੜਾ ਸਤਿਗੁਰੂ ਜੀ ਕਿਰਪਾ ਕਰਕੇ ਦੇ ਦੇਣ। ਇਸ ਤੋਂ ਵੱਡੀ ਬਖਸ਼ਿਸ਼ ਹੋਰ ਕੀ ਹੋ ਸਕਦੀ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਆਸਣ ਤੋਂ ਉੱਠਦੇ ਉੱਠਦੇ ਫਿਰ ਬੈਠ ਜਾਂਦੇ ਨੇ। ਪਹਿਲਾਂ ਤੇ ਇਹ ਸੋਚਦਾ ਹੈ ਕਿ ਪਤਾ ਨਹੀਂ ਸਤਿਗੁਰੂ ਜੀ ਨੂੰ ਉੱਠ ਚੱਲੇ ਨੇ, ਸ਼ਲੋਕ ਸੁਣਨਗੇ ਜਾਂ ਨਹੀਂ ਸੁਣਨਗੇ, ਸਤਿਗੁਰੂ ਜੀ ਪਤਾ ਨਹੀਂ ਹੁਣ ਮੇਰੇ ਤੇ ਬਖਸ਼ਿਸ਼ ਕਰਨਗੇ ਜਾਂ ਨਹੀਂ ਕਰਨਗੇ, ਦੋ ਚਿੱਤੀ ਦੇ ਵਿੱਚ ਫਸ ਜਾਂਦਾ ਹੈ। ਜਦੋਂ ਇਹਨੇ ਸਮਾਪਤੀ ਕੀਤੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਗੋਪਾਲਿਆ ਤੋ ਜਪਜੀ ਸਾਹਿਬ ਦਾ ਪਾਠ ਬੜਾ ਇਕਾਗਰ ਚਿੱਤ ਹੋ ਕੇ, ਮਨ ਨੂੰ ਜੋੜ ਕੇ ਤੇ ਸੁੱਧ ਉਚਾਰਨ ਕੀਤਾ। ਅਸੀਂ ਤੇਰੇ ਤੇ ਇੰਨੇ ਖੁਸ਼ ਹੋਏ, ਇੰਨੇ ਤੇਰੇ ਤੇ ਪ੍ਰਸੰਨ ਹੋਏ ਗੋਪਾਲਿਆ, ਸਾਡਾ ਚਿੱਤ ਕੀਤਾ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੱਦੀ ਦਾ ਤੈਨੂੰ ਮਾਲਕ ਬਣਾ ਦਈਏ। ਅਸੀਂ ਇੰਨੇ ਤੇਰੇ ਤੇ ਤਰੁੱਠੇ, ਇੰਨੇ ਤੇਰੇ ਤੇ ਖੁਸ਼ ਹੋਏ, ਸਾਡਾ ਚਿੱਤ ਕੀਤਾ ਕਿ ਇਸ ਤੋਂ ਵੱਡੀ ਵਸਤੂ ਹੋਰ ਕੀ ਹੋ ਸਕਦੀ ਹੈ। ਤੈਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੱਦੀ ਦਾ ਮਾਲਕ ਬਣਾ ਦਿੰਦੇ ਆ। ਤੇ ਸਤਿਗੁਰੂ ਜੀ ਕਹਿਣ ਲੱਗੇ, ਗੋਪਾਲਿਆ ਪਰ ਤੇਰਾ ਮਨ ਜਿਹੜਾ ਸੀ ਨਾ, ਉਹਦੀ ਇਕਾਗਰਤਾ ਖਤਮ ਹੋ ਗਈ।
ਜੇ ਤੂੰ ਕਿਤੇ ਇਕਾਗਰ ਚਿੱਤ ਹੋ ਕੇ ਇਸੇ ਤਰ੍ਹਾਂ ਹੀ ਜਪਦਾ ਰਹਿੰਦਾ ਨਾ, ਇਸੇ ਤਰ੍ਹਾਂ ਹੀ ਪੜ੍ਹਦਾ ਰਹਿੰਦਾ, ਅੱਜ ਤੈਨੂੰ ਅਸੀਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਗੱਦੀ ਦਾ ਮਾਲਕ ਬਣਾ ਦੇਣਾ ਸੀ। ਪਰ ਗੋਪਾਲਿਆ, ਜੋ ਤੂੰ ਮਨ ਦੇ ਵਿੱਚ ਇੱਛਾ ਪ੍ਰਗਟ ਕੀਤੀ, ਸਤਿਗੁਰੂ ਜੀ ਸਿੱਖ ਨੂੰ ਭੇਜਦੇ ਨੇ, ਕਹਿਣ ਲੱਗੇ ਕਿ ਜਾ ਸਿੱਖਾ, ਜਿਹੜਾ ਭਾਈ ਸੁਭਾਗਾ ਘੋੜਾ ਲੈ ਕੇ ਆਇਆ ਸੀ ਤਬੇਲੇ ਦੇ ਵਿੱਚ ਬੰਨਿਆ ਨਾ, ਉਹ ਕਾਠੀ ਦੇ ਸਮੇਤ ਲੈ ਕੇ ਆਉਣਾ ਕਰ। ਸਿੱਖ ਜਾਂਦਾ ਹੈ, ਉਹ ਘੋੜਾ ਲਿਆਂਦਾ, ਸਤਿਗੁਰੂ ਜੀ ਨੇ ਘੋੜਾ ਵੀ ਭੇਟਾ ਕੀਤਾ, ਬਹੁਤ ਸਾਰਾ ਧਨ ਵੀ ਦਿੱਤਾ, ਬਹੁਤ ਸਾਰੇ ਪਦਾਰਥ ਤੇ ਗਹਿਣੇ ਆਦਿਕ ਵੀ ਦਿੱਤੇ, ਤੇ ਸਤਿਗੁਰੂ ਜੀ ਨੇ ਬਚਨ ਕੀਤੇ, ਸਿੱਖਾ ਤੂੰ ਸਾਡੇ ਬਚਨ ਮੰਨ ਕੇ ਪਿਆਰ ਦੇ ਵਿੱਚ ਆ ਕੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਤੇਰਾ ਅਸੀਂ ਲੋਕ ਤੇ ਪ੍ਰਲੋਕ ਵੀ ਸਫਲਾ ਕਰ ਦਿੱਤਾ। ਸਤਿਗੁਰੂ ਜੀ ਦੱਸਦੇ ਨੇ, ਕਹਿੰਦੇ ਜੇ ਜਪਦਾ ਨਾ ਤੇ ਇੱਕ ਗੱਲ ਦਾ ਧਿਆਨ ਰੱਖਣਾ ਕਰ ਕਿ ਜਪਣ ਲੱਗਿਆਂ ਇਕਾਗਰ ਚਿੱਤ ਹੋ ਕੇ ਜਪਣਾ ਕਰ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਕਾਜੀ ਨੂੰ ਵੀ ਸਮਝਾਇਆ ਸੀ ਤੇ ਨਵਾਬ ਨੂੰ ਵੀ ਸਮਝਾਇਆ ਸੀ। ਜਿਸ ਵੇਲੇ ਨਵਾਬ ਦੌਲਤ ਖਾਨ ਨੂੰ ਇਹ ਜਿਹੜੇ ਕਾਜੀ ਤੇ ਮੁਲਾਣੇ ਸਨ, ਇਹਨਾਂ ਨੇ ਇਹ ਗੱਲ ਕਹੀ ਸੀ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਇਹ ਆਖਦੇ ਨੇ ਕਿ ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ, ਨਾ ਹੀ ਕੋਈ ਸੰਸਾਰ ਦੇ ਵਿੱਚ ਹਿੰਦੂ ਤੇ ਮੁਸਲਮਾਨ ਹੈ, ਸਭ ਉਸ ਅੱਲਾ ਦੇ ਪਰਮੇਸ਼ਰ ਦੇ ਜੀ ਪੈਦਾ ਕੀਤੇ ਨੇ। ਤੇ ਉਸ ਵੇਲੇ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਬੁਲਾਇਆ ਤੇ ਉਸ ਵੇਲੇ ਇਹ ਸਵਾਲ ਪੁੱਛਿਆ ਤੇ ਸਤਿਗੁਰੂ ਜੀ ਨੇ ਕਿਹਾ, ਵਾਕਈ ਜਿੰਨੇ ਜੀਵ ਨੇ ਉਹ ਪਰਮੇਸ਼ਰ ਨੇ ਪੈਦਾ ਕੀਤੇ ਨੇ, ਇਹ ਧਰਮ ਤੇ ਲੋਕਾਂ ਨੇ ਆਪ ਬਣਾਏ ਨੇ। ਇਹ ਕਹਿਣ ਲੱਗੇ ਕਿ ਜੇ ਤੁਹਾਡਾ ਕੋਈ ਧਰਮ ਨਹੀਂ ਤੇ ਚਲੋ ਸਾਡੇ ਨਾਲ ਨਮਾਜ਼ ਅਦਾ ਕਰਨਾ ਕਰੋ। ਸਤਿਗੁਰੂ ਜੀ ਕਹਿਣ ਲੱਗੇ ਚਲੋ ਚੱਲਦੇ ਹਾਂ। ਇਹ ਮਸਜਿਦ ਦੇ ਵਿੱਚ ਪਹੁੰਚਦੇ ਨੇ ਤੇ ਜਦੋਂ ਮਸਜਿਦ ਦੇ ਵਿੱਚ ਪਹੁੰਚੇ, ਇਹਨਾਂ ਨੇ ਕੁਸਲ ਕੀਤਾ, ਉੱਥੇ ਆਪਣੇ ਹੱਥ ਪੈਰ ਧੋਣੇ ਕੀਤੇ। ਸਤਿਗੁਰੂ ਜੀ ਵੀ ਇਹਨਾਂ ਦੇ ਨਾਲ ਚਲੇ ਗਏ ਮਸਜਿਦ ਦੇ ਵਿੱਚ, ਇਹਨਾਂ ਨੇ ਨਮਾਜ਼ ਅਦਾ ਕਰਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਖਲੋਤੇ ਰਹੇ, ਵੇਖਦੇ ਰਹੇ। ਇਹ ਕਦੀ ਗੋਡਿਆਂ ਦੇ ਭਾਰ ਬੈਠ ਜਾਂਦੇ ਨੇ, ਕਦੀ ਹੱਥ ਜੋੜ ਲੈਂਦੇ ਨੇ, ਕਦੀ ਆਪਣਾ ਸਿਰ ਨਵਾ ਦਿੰਦੇ ਨੇ, ਪਰ ਸਤਿਗੁਰੂ ਜੀ ਖਲੋਤੇ ਰਹੇ। ਜਦੋਂ ਇਹਨਾਂ ਨੇ ਨਮਾਜ਼ ਅਦਾ ਕੀਤੀ ਨਾ, ਨਮਾਜ਼ ਅਦਾ ਕਰਨ ਤੋਂ ਬਾਅਦ ਦੇ ਵਿੱਚ ਸਤਿਗੁਰੂ ਜੀ ਦੇ ਨਾਲ ਬੜੇ ਗੁੱਸੇ ਦੇ ਵਿੱਚ ਆ ਕੇ ਕਾਜੀ ਬੋਲਿਆ ਕਿ ਨਾਨਕ ਤੂੰ ਤੇ ਨਮਾਜ਼ ਅਦਾ ਕਰਨ ਵਾਸਤੇ ਆਇਆ ਸੀ। ਸਤਿਗੁਰੂ ਜੀ ਕਹਿਣ ਲੱਗੇ, ਨਮਾਜ਼ ਅਦਾ ਕਰਦਾ ਕਿਹਦੇ ਨਾਲ? ਇਹ ਕਹਿਣ ਲੱਗਿਆ ਕਿ ਮੇਰੇ ਨਾਲ। ਸਤਿਗੁਰੂ ਜੀ ਕਹਿਣ ਲੱਗੇ ਤੂੰ ਇੱਥੇ ਹੀ ਨਹੀਂ ਸੀ। ਇਹ ਕਹਿਣ ਲੱਗਿਆ ਨਾਨਕ ਤੂੰ ਝੂਠ ਬੋਲਦਾ, ਮੈਂ ਤੇਰੇ ਸਾਹਮਣੇ ਤੇ ਨਮਾਜ਼ ਅਦਾ ਕੀਤੀ। ਸਤਿਗੁਰੂ ਜੀ ਕਹਿਣ ਲੱਗੇ ਤੇਰਾ ਸਰੀਰ ਤੇ ਜ਼ਰੂਰ ਇੱਥੇ ਸੀ, ਪਰ ਤੇਰਾ ਮਨ ਇੱਥੇ ਨਹੀਂ ਸੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਸਮਝਾਇਆ, ਕਹਿਣ ਲੱਗੇ ਕਾਜੀ ਤੇਰੇ ਘਰ ਦੇ ਵਿੱਚ ਘੋੜੀ ਸੂਈ ਹੈ, ਛੋਟਾ ਜਿਹਾ ਵਛੇਰਾ ਹੈ, ਤੇ ਜਿੱਥੇ ਵਛੇਰਾ ਹੈ ਨਾ ਉਹਦੇ ਪਿੱਛੇ ਇੱਕ ਟੋਆ ਹੈ। ਤੇਰਾ ਧਿਆਨ ਤੇ ਉਹਦੇ ਵਿੱਚ ਜੁੜਿਆ ਪਿਆ ਹੈ, ਕਿਤੇ ਵਛੇਰਾ ਜਿਹੜਾ ਉਹਦੇ ਵਿੱਚ ਟੋਏ ਦੇ ਵਿੱਚ ਨਾ ਡਿੱਗ ਜਾਵੇ ਤੇ ਉਹਦੀ ਮੌਤ ਨਾ ਹੋ ਜਾਵੇ। ਤੂੰ ਇੱਥੇ ਨਹੀਂ ਸੀ, ਤੂੰ ਤੇ ਆਪਣੇ ਘਰ ਦੇ ਵਿੱਚ ਸੀ। ਤੇ ਕਾਜੀ ਛੇਤੀ ਨਾਲ ਕਹਿਣ ਲੱਗਿਆ ਕਿ ਜੇ ਨਮਾਜ਼ ਫਿਰ ਅਦਾ ਮੇਰੇ ਨਾਲ ਨਹੀਂ ਸੀ ਕਰਨੀ, ਮੇਰਾ ਚਿੱਤ ਇਕਾਗਰ ਨਹੀਂ ਸੀ, ਤੇ ਨਵਾਬ ਨਾਲ ਅਦਾ ਕਰ ਲੈਣੀ। ਸਤਿਗੁਰੂ ਜੀ ਕਹਿਣ ਲੱਗੇ ਤੇਰਾ ਨਵਾਬ ਵੀ ਇੱਥੇ ਨਹੀਂ ਸੀ। ਤੇ ਉਸ ਵੇਲੇ ਸਮਝਾਇਆ ਕਿ ਜਿਹੜਾ ਤੇਰਾ ਨਵਾਬ ਸੀ ਨਾ, ਇਹਨੇ ਘੋੜੇ ਖਰੀਦਣ ਵਾਸਤੇ ਕੁਝ ਲੋਕਾਂ ਨੂੰ ਕਾਬਲ ਕੰਧਾਰ ਦੇ ਵਿੱਚ ਭੇਜਿਆ, ਤੇ ਇਹਦਾ ਮਨ ਵੀ ਉੱਥੇ ਜੁੜਿਆ ਸੀ ਕਿ ਪਤਾ ਨਹੀਂ ਚੱਜ ਦੇ ਘੋੜੇ ਉਹ ਲੈ ਕੇ ਆਉਣਗੇ ਕਿ ਨਹੀਂ ਆਉਣਗੇ। ਇਹਦਾ ਵੀ ਮਨ ਉੱਥੇ ਜੁੜਿਆ ਸੀ। ਤੁਸੀਂ ਤੇ ਘੋੜੇ ਖਰੀਦਣ ਦੇ ਵਿੱਚ ਤੇ ਘੋੜਿਆਂ ਨੂੰ ਬਚਾਉਣ ਦੇ ਵਿੱਚ ਲੱਗੇ ਰਹੇ, ਪਰ ਸਰੀਰ ਕਰਕੇ ਨਮਾਜ਼ ਅਦਾ ਕਰਦੇ ਰਹੇ, ਮਨ ਕਰਕੇ ਨਮਾਜ਼ ਨਹੀਂ ਅਦਾ ਕੀਤੀ। ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਜਿੰਨਾ ਚਿਰ ਕੋਈ ਕੰਮ ਮਨ ਕਰਕੇ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਸਫਲਤਾ ਨਹੀਂ ਪ੍ਰਾਪਤ ਹੋਇਆ ਕਰਦੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਇਹੋ ਹੀ ਗੱਲ ਸਾਨੂੰ ਸਮਝਾਉਂਦੇ ਨੇ। ਕਹਿੰਦੇ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਕਹਿੰਦੇ ਮਨਾ ਪਰਮੇਸ਼ਰ ਨੂੰ ਧਿਆ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜ, ਪਰ ਧਿਆਨ ਰੱਖੀ ਕਿ ਜਦੋਂ ਜੁੜੇ ਤੇ ਉਸ ਵੇਲੇ ਤੇਰਾ ਮਨ ਇਕਾਗਰ ਹੋਵੇ। ਕਹਿੰਦੇ ਜਦੋਂ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇਗਾ, ਤੇ ਸਤਿਗੁਰੂ ਜੀ ਦੱਸਦੇ ਨੇ ਕਿ ਉਸ ਵੇਲੇ ਤੇਰੇ ਤੇ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਹੋਣਗੀਆਂ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ।
ਹੈ। ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਬੜੀਆਂ ਰਹਿਮਤਾਂ ਨੇ, ਬੜੀਆਂ ਬਖਸ਼ਿਸ਼ਾਂ ਨੇ। ਪਰਮੇਸ਼ਰ ਇਹ ਬਖਸ਼ਿਸ਼ਾਂ ਕਰਦਾ ਹੈ, ਰਹਿਮਤਾਂ ਕਰਦਾ ਹੈ ਤੇ ਕਦੀ ਦੇਖ ਕੇ ਪਛਤਾਤਾਪ ਨਹੀਂ ਕਰਦਾ। ਸੰਸਾਰ ਦੇ ਵਿੱਚ ਕੋਈ ਕਿਸੇ ਨੂੰ ਇੱਕ ਵਸਤੂ ਦੇ ਦਵੇ ਨਾ ਤੇ ਪਤਾ ਨਹੀਂ ਕਿੰਨਿਆਂ ਲੋਕਾਂ ਨੂੰ ਸੁਣਾਉਣਾ ਕਰਦਾ ਕਿ ਮੈਂ ਉਹਨੂੰ ਇਹ ਵਸਤੂ ਦਿੱਤੀ। ਕਿਸੇ ਨੂੰ ਧਨ ਦੇ ਦਵੇ, ਕਿਸੇ ਨੂੰ ਮਾਇਆ ਦੇ ਦਵੇ, ਕਿਸੇ ਨੂੰ ਕੋਈ ਪਦਾਰਥ ਦੇ ਦੇਵੇ ਤੇ ਪਤਾ ਨਹੀਂ ਕਿੰਨਿਆਂ ਕੋ ਲੋਕਾਂ ਨੂੰ ਸੁਣਾਉਣਾ ਕਰਦਾ। ਪਰ ਕਹਿੰਦੇ ਉਹ ਪਰਮੇਸ਼ਰ ਕਿੰਨਾ ਬੇਅੰਤ ਤੇ ਕਿੰਨਾ ਵੱਡਾ ਹੈ। ਉਹ ਜੀਵ ਤੇ ਬਖਸ਼ਿਸ਼ਾਂ ਕਰਦਾ ਹੈ, ਜੀਵ ਤੇ ਰਹਿਮਤਾਂ ਕਰਦਾ ਹੈ, ਪਰ ਕਹਿੰਦੇ ਕਦੇ ਜਨਾਉਂਦਾ ਨਹੀਂ ਕਿ ਮੈਂ ਤੇਰੇ ਤੇ ਇਹ ਰਹਿਮਤ ਕੀਤੀ ਹੈ। ਉਹ ਕਦੇ ਪਛਤਾਤਾਪ ਨਹੀਂ ਕਰਦਾ ਕਿ ਇਹਦੇ ਤੇ ਬਖਸ਼ਿਸ਼ ਕਿਉਂ ਕੀਤੀ ਹੈ। ਉਹ ਬਖਸ਼ਿਸ਼ਾਂ ਕਰੀ ਜਾਂਦਾ, ਫਿਰ ਵੀ ਕਰੀ ਜਾਂਦਾ। ਉਹ ਜੀਵ ਦੇ ਅੰਦਰ ਜਿਹੜੀ ਖੋਟ ਤਾਈ ਹੈ ਨਾ, ਉਹ ਵੇਖਦਾ ਵੀ ਹੈ, ਪਰ ਕਹਿੰਦੇ ਫਿਰ ਵੀ ਬਖਸ਼ਿਸ਼ਾਂ ਕਰਨ ਤੋਂ ਨਹੀਂ ਹਟਦਾ, ਫਿਰ ਵੀ ਬਖਸ਼ਿਸ਼ਾਂ ਕਰੀ ਜਾਂਦਾ। ਜੀਵ ਦੀਆਂ ਉਣਤਾਈਆਂ ਵੇਖਦਾ, ਇਹਦੇ ਔਗਣ ਵੇਖਦਾ, ਪਰ ਕਹਿੰਦੇ ਫਿਰ ਵੀ ਰਹਿਮਤਾਂ ਕਰੀ ਜਾਂਦਾ। ਹਉ ਹਰ ਕੇ ਸਦ ਬਲਿਹਾਰ ਨੇ ਜਿਤ ਸੇਵਿਆ ਸੁਖ ਪਾਏ। ਸਤਿਗੁਰੂ ਜੀ ਕਹਿੰਦੇ ਕਿ ਮੈਂ ਉਸ ਮਾਲਕ ਤੋਂ ਸਦਾ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਜਿਹਦੀ ਸੇਵਾ ਕਰਨ ਦੇ ਨਾਲ, ਜਿਹਦੇ ਚਰਨਾਂ ਦੇ ਵਿੱਚ ਜੁੜਨ ਦੇ ਨਾਲ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਇਹੋ ਜਿਹਾ ਪ੍ਰਾਪਤ ਹੁੰਦਾ ਹੈ ਜਿਹੜਾ ਸੁੱਖ ਕਦੇ ਬਿਨਸਣ ਵਾਲਾ ਨਹੀਂ, ਕਦੇ ਖਤਮ ਹੋਣ ਵਾਲਾ ਨਹੀਂ। ਕਹਿੰਦੇ ਮੈਂ ਉਸ ਮਾਲਕ ਤੋਂ ਕੁਰਬਾਨ ਜਾਂਦਾ, ਉਸ ਮਾਲਕ ਤੋਂ ਬਲਿਹਾਰ ਜਾਂਦਾ, ਜਿਹਦੀ ਸੇਵਾ ਦੇ ਵਿੱਚ ਸੁੱਖ ਹੈ, ਜਿਹਦੀ ਸੇਵਾ ਦੇ ਵਿੱਚ ਆਨੰਦ ਹੈ। ਫਿਰ ਸਤਿਗੁਰੂ ਜੀ ਸਮਝਾਉਂਦੇ ਨੇ, ਨਾਨਕ ਗੁਰਮੁਖ ਮਿਲ ਰਹੇ ਹੋ ਮੈਂ ਸ਼ਬਦ ਜਲਾਏ। ਕਹਿੰਦੇ ਜਿਹੜੇ ਗੁਰੂ ਦੇ ਪਿਆਰ ਵਾਲੇ ਨੇ ਨਾ, ਉਹ ਉਸ ਪਰਮਾਤਮਾ ਦੇ ਨਾਲ ਮਿਲੇ ਰਹਿੰਦੇ ਨੇ। ਕਿਵੇਂ ਮਿਲਦੇ ਨੇ? ਕਹਿੰਦੇ ਉਹ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ ਲੈਂਦੇ ਨੇ, ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਕਿ ਜਿੰਨਾ ਚਿਰ ਜੀਵ ਦੇ ਅੰਦਰ ਹੰਕਾਰ ਹੈ, ਜਿੰਨਾ ਚਿਰ ਜੀਵ ਦੇ ਅੰਦਰ ਹਉਮੈ ਹੈ, ਉਹਨਾਂ ਚਿਰ ਇਹ ਪਰਮਾਤਮਾ ਦੇ ਨਾਲ ਨਹੀਂ ਮਿਲ ਸਕਦਾ। ਜਦੋਂ ਇਹਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਹੈ, ਜਦੋਂ ਇਹਦੇ ਅੰਦਰੋਂ ਮੈਂ ਮੇਰੀ ਖਤਮ ਹੋ ਜਾਂਦੀ ਤੇ ਇਹਦੀ ਸਮਾਈ ਪਰਮਾਤਮਾ ਦੇ ਵਿੱਚ ਹੋ ਜਾਂਦੀ। ਹਉਮੈ ਜਾਈ ਤਾਂ ਕੰਤ ਸਮਾਈ। ਤੇ ਸਤਿਗੁਰੂ ਜੀ ਹੋਰ ਵੀ ਬਚਨ ਦੱਸਦੇ ਨੇ ਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਜਿਹੜੇ ਗੁਰੂ ਦੇ ਪਿਆਰ ਵਾਲੇ ਨੇ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ, ਉਹਦੇ ਵਿੱਚ ਮਿਲ ਜਾਂਦੇ ਨੇ। ਕਿਵੇਂ ਮਿਲਦੇ ਨੇ? ਕਹਿੰਦੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰਕੇ, ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਕੇ। ਮਹਿਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਹੁਣ ਸਤਿਗੁਰੂ ਜੀ ਦੱਸਦੇ ਨੇ ਦੂਸਰੇ ਸ਼ਲੋਕ ਦੇ ਵਿੱਚ, ਕਹਿੰਦੇ ਆਪ ਜੀਵਾਂ ਨੂੰ ਸੇਵਾ ਦੇ ਵਿੱਚ ਲਾਉਂਦਾ ਤੇ ਆਪ ਹੀ ਜੀਵਾਂ ਤੇ ਬਖਸ਼ਿਸ਼ਾਂ ਕਰਦਾ ਹੈ, ਆਪ ਜੀਵਾਂ ਤੇ ਰਹਿਮਤਾਂ ਕਰਦਾ ਹੈ। ਜਿੰਨੇ ਸੰਸਾਰ ਦੇ ਵਿੱਚ ਜੀਵ ਨੇ ਉਹਨਾਂ ਦੀ ਪ੍ਰਤਪਾਲਨਾ ਕਿਵੇਂ ਕਰਦਾ? ਕਹਿੰਦੇ ਜਿਵੇਂ ਮਾਤਾ ਪਿਤਾ ਜੀਵ ਦੀ ਪ੍ਰਤਪਾਲਨਾ ਕਰਦੇ ਨੇ ਨਾ, ਆਪਣੇ ਬੱਚੇ ਦੀ ਪ੍ਰਤਪਾਲਨਾ ਕਰਦੇ ਨੇ, ਇਸੇ ਤਰ੍ਹਾਂ ਪਰਮੇਸ਼ਰ ਸਭ ਜੀਵਾਂ ਦੀ ਪ੍ਰਤਪਾਲਨਾ ਕਰਦਾ। ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਬਚਨ ਦੱਸਦੇ ਨੇ, ਕਹਿੰਦੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪੋਕਿਹਾ ਕਾੜਾ ਜੀ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿਵੇਂ ਮਾਤਾ ਪਿਤਾ ਜੀਵ ਦੀ ਪ੍ਰਤਪਾਲਨਾ ਕਰਦੇ ਨੇ, ਇਸੇ ਤਰ੍ਹਾਂ ਹੀ ਉਸ ਜਿੰਨੇ ਜੀਵ ਧਰਤੀ ਤੇ ਪੈਦਾ ਕੀਤੇ ਨੇ ਉਹਨਾਂ ਸਭ ਦੀ ਸਾਰ ਕਰਦਾ, ਉਹਨਾਂ ਸਭ ਦੀ ਪਰਮਾਤਮਾ ਪ੍ਰਤਪਾਲਨਾ ਕਰਦਾ। ਸਤਿਗੁਰੂ ਜੀ ਦੇ ਤੇ ਪਾਵਨ ਬਚਨ ਨੇ। ਸਤਿਗੁਰੂ ਜੀ ਦੱਸਦੇ ਨੇ ਕਿ ਜੀਵਾਂ ਦੀ ਉਹ ਪ੍ਰਤਪਾਲਨਾ ਕਿਵੇਂ ਕਰਦਾ। ਕਹਿੰਦੇ ਉਹ ਮਿਹਰਬਾਨ ਹੈ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਨਹਾਰ। ਕਹਿੰਦੇ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ, ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਕਹਿੰਦੇ ਉਸ ਮਾਲਕ ਦੀ ਬੰਦਗੀ ਕਰ, ਉਹਦੇ ਨਾਮ ਦੇ ਨਾਲ ਜੁੜ, ਜਿੰਨੇ ਚਿਰ ਤੇਰੇ ਸਰੀਰ ਦੇ ਅੰਦਰ ਸਵਾਸ ਚੱਲਦੇ ਨੇ ਉਹਦੀ ਬੰਦਗੀ ਕਰ। ਕਹਿੰਦੇ ਉਹ ਸਭ ਦੀ ਸਾਰ ਕਰਦਾ, ਉਹ ਸਭ ਦੀ ਪ੍ਰਤਪਾਲਨਾ ਕਰਦਾ। ਨਾਨਕ ਨਾਮ ਧਿਆਇਨ ਤਿਨ ਨਿਜ ਕਰ ਵਾਸ, ਹੈ ਜੁਗ ਜੁਗ ਸ਼ੋਭਾ। ਸਤਿਗੁਰੂ ਜੀ ਕਹਿੰਦੇ ਕਿ ਜਿਹੜੇ ਉਸ ਮਾਲਕ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ, ਜਿਹੜੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਉਹਨਾਂ ਦਾ ਵਾਸਾ ਨਿਜ ਘਰ ਦੇ ਵਿੱਚ ਹੋ ਜਾਂਦਾ ਹੈ।
ਉਹਨੂੰ ਆਪਣੇ ਅੰਦਰੋਂ ਪਰਮਾਤਮਾ ਨੂੰ ਪਾ ਲੈਂਦੇ ਨੇ, ਆਪਣੇ ਅੰਦਰੋਂ ਉਸ ਮਾਲਕ ਦੀ ਪਹਿਚਾਣ ਕਰ ਲੈਂਦੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਜਿਨ੍ਹਾਂ ਦਾ ਚਿੱਤ ਇਕਾਗਰ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਦੱਸਦੇ ਨੇ ਕਿ ਇਸ ਲੋਕ ਦੇ ਵਿੱਚ ਪਰਲੋਕ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ, ਹਰੇਕ ਯੁੱਗ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਜਿਹੜੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ। ਕਿਉਂ ਸਤਿਗੁਰੂ ਜੀ ਦੇ ਪਾਵਨ ਬਚਨ ਨੇ ਕਿ ਕਹਿੰਦੇ ਦੇ ਰੇ ਦਰਗਹਿ ਕਹਿ ਨਾ ਕੋ ਆਓ ਬੈਠ ਆਦਰ ਸ਼ੁਭ ਦੇਵ। ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨ ਵਾਲੇ ਨੇ ਨਾ, ਕਹਿੰਦੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਕੋਈ ਓਏ ਕਹਿ ਕੇ ਨਹੀਂ ਪੁਕਾਰਦਾ, ਉਹਨਾਂ ਨਾਲ ਉੱਥੇ ਵੀ ਸਤਿਕਾਰ ਹੁੰਦਾ ਹੈ। ਸਤਿਗੁਰੂ ਜੀ ਦੇ ਤੇ ਪਾਵਨ ਬਚਨ ਨੇ ਧਰਮ ਰਾਏ ਤਿੰਨ ਕਾ ਮਿੱਤ ਹੈ ਜਬ ਮਗ ਨਾ ਪਾਵੇ। ਕਹਿੰਦੇ ਧਰਮ ਰਾਏ ਵੀ ਉਹਨਾਂ ਦਾ ਮਿੱਤਰ ਬਣ ਜਾਂਦਾ ਜਿਹੜੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨ ਵਾਲੇ ਨੇ। ਸਤਿਗੁਰੂ ਜੀ ਕਹਿੰਦੇ ਜੁਗ ਜੁਗ ਸ਼ੋਭਾ ਹੋਏ, ਕਹਿੰਦੇ ਹਰੇਕ ਯੁੱਗ ਦੇ ਵਿੱਚ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਉਹਦਾ ਜਸ ਹੋਇਆ ਕਰਦਾ। ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ। ਪੌੜੀ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਸਮਝਾਉਂਦੇ ਨੇ ਕਿ हे ਮਾਲਕ ਤੂੰ ਸਭ ਕੁਝ ਕਰਨ ਵਾਲਾ ਆਪੇ। ਕਹਿੰਦੇ ਤੇਰੇ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ, ਮੈਂ ਤੇਰੇ ਚਰਨਾਂ ਦੇ ਨਾਲ ਜੁੜਿਆ। ਕਿਉਂ ਸਭ ਕੁਝ ਕਰਨ ਵਾਲਾ ਤੂੰ। ਸਤਿਗੁਰੂ ਜੀ ਦੇ ਪਾਵਨ ਬਚਨ ਨੇ ਕਹਿੰਦੇ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ ਜਲ ਥਲ ਮਹੀਲ ਸੋਏ। ਫਿਰ ਹੋਰ ਬਚਨ ਕਰਦੇ ਨੇ ਕਹਿੰਦੇ ਕਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋ। ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ। ਕਹਿੰਦੇ ਹੁੰਦਾ ਕੀ ਹੈ ਜੋ ਕਰਤਾਰ ਕਰਦਾ ਪਰਮੇਸ਼ਰ ਕਰਦਾ। ਸਤਿਗੁਰੂ ਜੀ ਦੱਸਦੇ ਨੇ ਤੂੰ ਕਰਤਾਰ ਕਰੇ ਸੋ ਹੋਏ। ਕਹਿੰਦੇ हे ਮਾਲਕ ਜੋ ਕੁਛ ਤੂੰ ਕਰਦਾ ਨਾ ਸੰਸਾਰ ਦੇ ਵਿੱਚ ਉਹ ਕੁਛ ਹੁੰਦਾ, ਤੇਰੇ ਹੁਕਮ ਤੋਂ ਬਿਨਾ ਸੰਸਾਰ ਦੇ ਵਿੱਚ ਕੁਛ ਨਹੀਂ ਹੁੰਦਾ। ਸਭ ਕੁਛ ਤੇਰੇ ਹੁਕਮ ਦੇ ਵਿੱਚ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤੇ ਸਤਿਗੁਰੂ ਜੀ ਇਹ ਵੀ ਦੱਸਦੇ ਨੇ ਕਹਿੰਦੇ ਕਿ ਉਹ ਪਰਮੇਸ਼ਰ ਸਭ ਕੁਝ ਆਪ ਕਰਦਾ ਹੈ, ਕਰਨ ਕਾਰਨਹਾਰ ਪ੍ਰਮਾਤਮਾ ਆਪੇ। ਕਹਿੰਦੇ ਉਹ ਕਦੇ ਕਿਸੇ ਦੀ ਸਲਾਹ ਵੀ ਨਹੀਂ ਲੈਂਦਾ। ਵੀਓ ਪੂਛ ਨਾ ਮਸਲਤ ਕਰੇ, ਜੋ ਕੁਛ ਕਰੇ ਸੋ ਆਪੇ ਕਰੇ। ਕਹਿੰਦੇ ਉਹ ਕਦੇ ਕਿਸੇ ਦੀ ਸਲਾਹ ਨਹੀਂ ਲੈਂਦਾ। ਜੋ ਕੁਝ ਵੀ ਕਰਦਾ ਨਾ ਸੰਸਾਰ ਦੇ ਵਿੱਚ ਉਹ ਆਪਣੀ ਮਰਜ਼ੀ ਦੇ ਨਾਲ ਕਰਦਾ। ਜੋ ਉਹਦੇ ਚਿੱਤ ਦੇ ਵਿੱਚ ਆਉਂਦਾ ਨਾ ਪਰਮਾਤਮਾ ਉਹ ਕਰਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਪੁਨ ਗੋਈ। ਕਹਿੰਦੇ हे ਮਾਲਕ ਤੂੰ ਸਾਰੀ ਸ੍ਰਿਸ਼ਟੀ ਜਿੰਨੇ ਜੀਵ ਨੇ ਉਹਨਾਂ ਨੂੰ ਆਪ ਪੈਦਾ ਕੀਤਾ ਹੈ ਤੇ ਆਪ ਤੂੰ ਉਹਨਾਂ ਨੂੰ ਲੈ ਕਰਦਾ ਹੈ, ਆਪ ਤੂੰ ਉਹਨਾਂ ਨੂੰ ਮਾਰਦਾ ਹੈ। ਸੰਸਾਰ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਕਿ ਤਿੰਨ ਦੇਵਤੇ ਨੇ। ਇੱਕ ਦੇਵਤਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਦੂਸਰਾ ਦੇਵਤਾ ਜਿਹੜਾ ਉਹ ਸ੍ਰਿਸ਼ਟੀ ਨੂੰ ਉਹਦੀ ਪ੍ਰਤਪਾਲਨਾ ਕਰਦਾ ਹੈ, ਤੇ ਤੀਸਰਾ ਦੇਵਤਾ ਜੀਵਾਂ ਨੂੰ ਲੈ ਕਰਦਾ ਹੈ, ਉਹਨਾਂ ਨੂੰ ਮਾਰਦਾ ਹੈ। ਇੱਕ ਦਾ ਨਾਮ ਬ੍ਰਹਮਾ ਰੱਖਿਆ ਗਿਆ, ਇੱਕ ਦਾ ਵਿਸ਼ਨੂੰ, ਇੱਕ ਦਾ ਨਾਮ ਮਹੇਸ਼ ਸ਼ਿਵ ਜੀ ਰੱਖਿਆ ਗਿਆ। ਪਰ ਸਤਿਗੁਰੂ ਜੀ ਕੀ ਦੱਸਦੇ ਨੇ ਕਹਿੰਦੇ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ। ਕਹਿੰਦੇ हे ਮਾਲਕ ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਤੂੰ ਆਪੇ, ਇਹਨਾਂ ਨੂੰ ਮਾਰਨ ਵਾਲਾ ਵੀ ਆਪੇ, ਤੇ ਇਹਨਾਂ ਦੀ ਪ੍ਰਤਪਾਲਨਾ ਕਰਨ ਵਾਲਾ ਵੀ ਤੂੰ ਆਪੇ। ਤੇਰੇ ਤੋਂ ਬਿਨਾ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਸਭ ਕੁਝ ਤੂੰ ਆਪਣੇ ਆਪ ਹੀ ਕਰਨਾ। ਤੂੰ ਆਪਣੀ ਮਰਜ਼ੀ ਦੇ ਨਾਲ ਕਰਦਾ। ਜਿਹਨੂੰ ਜੀ ਚਾਹੇ ਉਹਨੂੰ ਪੈਦਾ ਕਰ ਦਿੰਦਾ, ਜਿਹਨੂੰ ਜੀ ਚਾਹੇ ਉਹਨੂੰ ਤੂੰ ਲੈ ਕਰ ਦਿੰਦਾ, ਉਹਨੂੰ ਤੂੰ ਮਾਰ ਦਿੰਦਾ। ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ। ਸਤਿਗੁਰੂ ਜੀ ਕਹਿੰਦੇ ਸਭ ਥਾਵਾਂ ਤੇ ਤੇਰਾ ਹੁਕਮ ਵਰਤਦਾ ਹੈ, ਸਭ ਕੁਝ ਤੇਰੇ ਹੁਕਮ ਦੇ ਅੰਦਰ ਏ। ਕਹਿੰਦੇ ਜੋ ਤੂੰ ਕਰਦਾ ਨਾ ਹੁੰਦਾ ਸੰਸਾਰ ਦੇ ਵਿੱਚ ਉਹ ਕਹਿੰਦੇ ਜੀਵ ਬੜੇ ਯਤਨ ਕਰਦਾ ਕਿ ਮੈਂ ਇਹ ਕੁਛ ਕਰਾਂ ਜਾਂ ਉਹ ਕਰਾਂ, ਪਰ ਕਹਿੰਦੇ ਜੋ ਤੂੰ ਕਰਦਾ ਹੁੰਦਾ ਉਹ ਜੋ ਤੂੰ ਜੀਵਾਂ ਤੋਂ ਕਰਵਾਉਂਦਾ ਜੀਵ ਕਰਦੇ ਵੀ ਉਹਨੇ। ਸਭ ਕੁਝ ਤੇਰੇ ਹੁਕਮ ਦੇ ਅੰਦਰ ਵਰਤਦਾ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ। ਸਤਿਗੁਰੂ ਜੀ ਕਹਿੰਦੇ ਜਿਹੜੇ ਤੇਰੇ ਨਾਮ ਦੀ ਕਮਾਈ ਕਰਦੇ ਨੇ, ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਤੂੰ ਵਡਿਆਈ ਬਖਸ਼ਦਾ ਹੈ। ਉਹ ਤੇਰੀ ਬਖਸ਼ਿਸ਼ ਦੇ ਨਾਲ, ਤੇਰੀ ਰਹਿਮਤ ਦੇ ਨਾਲ ਤੈਨੂੰ ਪਾ ਲੈਂਦੇ ਨੇ। ਪਰਮਾਤਮਾ ਦੀ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਨੂੰ ਤੂੰ ਵਡਿਆਈ ਬਖਸ਼ਣੀ ਚਾਹੁੰਦਾ। ਉਹ ਤੇਰੇ ਨਾਮ ਦੇ ਨਾਲ ਜੁੜਦੇ ਨੇ ਤੇ ਉਹ ਪਰਮਾਤਮਾ ਨੂੰ ਪਾ ਲੈਂਦੇ ਨੇ। ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ। ਸਤਿਗੁਰੂ ਜੀ ਦੱਸਦੇ ਨੇ ਕਿ ਗੁਰੂ ਦੇ ਦੁਆਰਾ ਪਰਮੇਸ਼ਰ ਨੂੰ ਅਰਾਧਿਆ ਜਾਂਦਾ ਹੈ। ਜਦੋਂ ਗੁਰੂ ਕਿਰਪਾ ਦੇ ਘਰ ਦੇ ਵਿੱਚ ਆਉਂਦਾ, ਜਦੋਂ ਗੁਰੂ ਬਖਸ਼ਿਸ਼ ਦੇ ਘਰ ਦੇ ਵਿੱਚ ਆਉਂਦਾ ਨਾ, ਫਿਰ ਜੀਵ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਦਿੰਦਾ ਹੈ।
गुरु की कृपा दे नाल परमेश्वर के नाम की कमाई की जाती है, परमेश्वर के नाम के नाल जुड़िया जाता है। तो सतगुरु जी कहते कि गुरमुख नानक आराध्या सब आखो धन 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 गुरसोई। कहते सारे उस गुरु नूं धन 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 आखना करिए जिहदी कृपा दे नाल जीव जिहड़ा है वो परमेश्वर के नाम के नाल जुड़ जाता है ते परमेश्वर दे विच ही समा जाता है, परमेश्वर वर्गा बन जाता है। जिस गुरु की कृपा दे नाल उस गुरु नूं धन कहना करिए। आप जी दे नाल विचारां करदे हां, अनेकां प्रकार दी भुलां गलतियां हो गईयां होणगीਆਂ, अणजान बच्चे जान के माफ़ करनियां। संगत ते गुरु बख्शण जोग ने बख्श लेना जी। वाहिगुरू वाहिगुरू।